Hello students, today we are going to discuss aldehyde and ketone physical property and upcoming part. So firstly we will discuss about physical properties of aldehyde ketone. As we know that in aldehyde or ketone there is a carbonyl group present. So in carbonyl group oxygen is more electronegative than carbon. ਸਾਨੂੰ ਪਤਾ ਹੀ ਹੈ ਕਾਰਬੋਨਲ ਗਰੁੱਪ ਵਿੱਚ ਆਕਸੀਜਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦਾ ਹੈ ਤੇ ਪਾਰਸ਼ੀਅਲ ਨੈਗੇਟਿਵ ਚਾਰਜ ਹੁੰਦਾ ਔਰ ਕਾਰਬਨ ਦੇ ਉੱਪਰ ਪਾਰਸ਼ੀਅਲ ਪੋਜ਼ਿਟਿਵ ਚਾਰਜ। ਇਸੇ ਕਰਕੇ ਇਹਨਾਂ ਵਿੱਚ ਪੋਲੈਰਿਟੀ ਹੁੰਦੀ ਹੈ ਔਰ ਇਸੇ ਨੇਚਰ ਕਰਕੇ ਕਾਰਬੋਨਲ ਗਰੁੱਪ ਇਲੈਕਟ੍ਰੋਫਿਲਿਕ ਔਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਦੋਨੋਂ ਤਰ੍ਹਾਂ ਦੀ ਰਿਐਕਸ਼ਨ ਜਿਹੜੇ ਸ਼ੋ ਕਰਦੇ ਆ। So aldehyde and ketones are polar compound and interact in the pure state by dipole-dipole interaction ਔਰ ਇਹਨਾਂ ਦੇ ਜਿਹੜੇ boiling point ਹੈ ਉਹ ਹਾਈਅਰ ਹੋਣਗੇ ਔਰ they are soluble in water। ਵਾਟਰ ਦੇ ਵਿੱਚ soluble ਹੁੰਦੇ ਆ ਕਿਉਂਕਿ ਵਾਟਰ ਦੇ ਨਾਲ ਹਾਈਡਰੋਜਨ ਬੌਂਡ ਫਾਰਮ ਕਰ ਲੈਂਦੇ ਆ। ਅਗਰ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰੀਏ boiling point ਦਾ, ਐਲਡੀਹਾਈਡ ਔਰ ਕੀਟੋਨ ਦੇ boiling point ਆਮ ਨਾਰਮਲ ਅਲਕੀਨਸ ਦੇ ਨਾਲੋਂ ਘੱਟ ਹੋਣਗੇ, ਪਰ ਇਹਨਾਂ ਦੇ ਜਿਹੜੇ boiling point ਹੈ ਅਗਰ ਇਹਨਾਂ ਦਾ ਕੰਪੈਰੀਜ਼ਨ ਐਲਕੋਹਲ ਵਗੈਰਾ ਨਾਲ ਕੀਤਾ ਜਾਏ ਜਾਂ ਕਾਰਬੋਕਸਿਲਿਕ ਐਸਿਡ ਨਾਲ ਕੀਤਾ ਜਾਏ ਤੇ ਉਹਨਾਂ ਤੋਂ ਘੱਟ ਹੋਣਗੇ ਕਿਉਂਕਿ ਐਲਕੋਹਲਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਜੋ ਕਿ ਸਟਰੋਂਗ ਹੁੰਦੀ ਹੈ ਐਜ਼ ਕੰਪੇਅਰ ਟੂ ਵੰਡਰਵਲ ਇੰਟਰੈਕਸ਼ਨ ਡਾਈਪਲ ਡਾਈਪਲ ਇੰਟਰੈਕਸ਼ਨ। ਸੋ ਐਲਡੀਹਾਈਡ ਦਾ ਕੰਪੈਰੀਜ਼ਨ ਐਲਕੋਹਲ ਜਾਂ ਕਾਰਬੋਕਸਿਲਿਕ ਐਸਿਡ ਨਾਲ ਕੀਤਾ ਜਾਏ ਤੇ ਇਹਨਾਂ ਦੇ boiling point ਘੱਟ ਹੋਣਗੇ। ਅਗਰ ਅਸੀਂ 5 ਕਾਰਬਨ ਤੋਂ ਘੱਟ ਦੀ ਗੱਲ ਕਰੀਏ ਤੇ 5 ਕਾਰਬਨ ਤੋਂ ਘੱਟ ਵਾਲੇ ਜਿਹੜੇ ਐਲਡੀਹਾਈਡ ਹੈ ਉਹ ਵਾਟਰ ਦੇ ਵਿੱਚ ਸੋਲੂਬਲ ਹੋਣਗੇ ਕਿਉਂਕਿ ਉਹ ਵਾਟਰ ਦੇ ਨਾਲ ਹਾਈਡਰੋਜਨ ਬੌਂਡ ਫਾਰਮ ਕਰ ਲੈਣਗੇ। 5 ਕਾਰਬਨ ਤੋਂ ਵੱਧ ਵਾਲੇ ਜਿਹੜੇ ਐਲਡੀਹਾਈਡ ਹੋਣਗੇ ਉਹ ਪਾਣੀ ਵਿੱਚ ਸਲਾਈਟਲੀ ਸੋਲੂਬਲ ਹੋਣਗੇ, ਮਤਲਬ ਥੋੜੇ ਸੋਲੂਬਲ ਹੋਣਗੇ ਕਿਉਂਕਿ ਉਹ ਹਾਈਡਰੋਜਨ ਬੌਂਡ ਨਹੀਂ ਫਾਰਮ ਕਰ ਪਾਣਗੇ। ਸੋ ਦਿਸ ਇਜ਼ the solubility of aldehydes। ਨੈਕਸਟ preparation of aldehyde। ਇੱਕ ਵਾਰ ਫਿਰ ਅਸੀਂ ਐਲਡੀਹਾਈਡ ਦੀ ਪ੍ਰੈਪਰੇਸ਼ਨ ਨੂੰ ਦੇਖ ਲੈਂਦੇ ਹਾਂ। ਅਸੀਂ ਅਗਰ ਐਲਡੀਹਾਈਡ ਬਣਾਉਣਾ ਹੋਵੇ ਤੇ ਆਕਸੀਡੇਸ਼ਨ ਪਹਿਲਾ ਬਹੁਤ ਇੰਪੋਰਟੈਂਟ ਮੈਥਡ ਹੈ, ਆਕਸੀਡੇਸ਼ਨ ਕਰੀਏ ਐਲਕੋਹਲ ਦੀ। ਪ੍ਰਾਇਮਰੀ ਐਲਕੋਹਲ ਦੀ ਆਕਸੀਡੇਸ਼ਨ ਕਰਾਂਗੇ ਤੇ ਐਲਡੀਹਾਈਡ ਬਣੇਗਾ। ਜਿੱਦਾਂ ਕਿ ਮੈਂ ਪੁਰਾਣੀਆਂ ਵੀਡੀਓ 'ਚ ਵੀ ਦੱਸਿਆ ਹੈਗਾ ਕਿ ਐਲਕੋਹਲ ਦੀ ਆਕਸੀਡੇਸ਼ਨ ਕਰਨ ਦੇ ਬਾਅਦ ਐਲਡੀਹਾਈਡ ਤਾਂ ਬਣਦਾ ਹੈ ਪਰ ਫਿਰ ਉਹਦੀ ਆਕਸੀਡੇਸ਼ਨ ਹੋ ਜਾਂਦੀ ਹੈ ਔਰ ਫਿਰ ਉਹ ਕਾਰਬੋਕਸਿਲਿਕ ਐਸਿਡ ਚੇਂਜ ਹੋ ਜਾਂਦਾ। ਅਗਰ ਰਿਐਕਸ਼ਨ ਨੂੰ ਐਲਡੀਹਾਈਡ ਸਟੇਜ ਤੇ ਰੋਕਣਾ ਹੈ ਤਾਂ ਉਹਦੇ ਲਈ ਸਾਨੂੰ ਖਾਸ ਏਜੰਟ ਯੂਜ਼ ਕਰਨੇ ਪੈਂਦੇ ਆ ਲਾਈਕ ਪੀਸੀਸੀ, ਲਾਈਕ ਕ੍ਰੋਮਾਈਲ ਕਲੋਰਾਈਡ, ਠੀਕ ਹੈ। ਨਹੀਂ ਤੇ ਸਿੱਧੀ ਅਗਰ ਅਸੀਂ ਐਲਕੋਹਲ ਦੀ ਆਕਸੀਡੇਸ਼ਨ ਕਰਦੇ ਹਾਂ ਤਾਂ ਸਾਨੂੰ ਜਿਹੜਾ ਲਾਸਟ ਪ੍ਰੋਡਕਟ ਮਿਲਦਾ ਉਹ ਕਾਰਬੋਕਸਿਲਿਕ ਐਸਿਡ ਹੀ ਹੁੰਦਾ ਹੈ। ਜਿਹੜਾ ਐਲਡੀਹਾਈਡ ਹੈ ਵਿੱਚ ਵਿਚਾਲੇ ਵਾਲਾ ਪ੍ਰੋਡਕਟ ਹੁੰਦਾ। ਅਗਰ ਰਿਐਕਸ਼ਨ ਨੂੰ ਅਸੀਂ ਐਲਡੀਹਾਈਡ ਸਟੇਜ ਤੇ ਰੋਕਣਾ ਉਹਦੇ ਲਈ ਸਾਨੂੰ ਪੀਸੀਸੀ ਯੂਜ਼ ਕਰਨਾ ਪੈਂਦਾ, pyridinium chlorochromate। ਦਿਸ ਇਜ਼ ਦਾ ਫਾਰਮੂਲਾ ਆਫ pyridinium chlorochromate। ਅਗਰ ਅਸੀਂ ਰਿਐਕਸ਼ਨ ਨੂੰ ਐਲਡੀਹਾਈਡ ਸਟੇਜ ਤੇ ਰੋਕਣਾ ਹੈ ਤੇ ਸਾਨੂੰ ਪੀਸੀਸੀ ਯੂਜ਼ ਕਰਨਾ ਪਏਗਾ। ਅਗਰ ਐਗਜ਼ਾਮ 'ਚ ਕੁਐਸਚਨ ਆ ਜਾਂਦਾ ਹੈ ਉੱਥੇ ਰੀਜ਼ਨ ਪੀਸੀਸੀ ਯੂਜ਼ ਕੀਤਾ ਹੈ ਤਾਂ ਤੁਹਾਡੇ ਮਾਈਂਡ 'ਚ ਫਟਾਫਟ ਆਉਣਾ ਚਾਹੀਦਾ ਹੈ ਕਿ ਐਲਕੋਹਲ ਦੀ ਆਕਸੀਡੇਸ਼ਨ ਤੇ ਕਾਰਬੋਕਸਿਲਿਕ ਐਸਿਡ ਨਹੀਂ ਬਣੇਗਾ, ਕਿਆ ਬਣੇਗਾ? ਐਲਡੀਹਾਈਡ। ਸੋ ਪੀਸੀਸੀ ਦਾ ਫੁੱਲ ਫਾਰਮ ਕਿਆ ਹੈ? pyridinium chlorochromate। ਸਟਰੋਂਗ ਏਜੰਟ ਯੂਜ਼ ਕਰਾਂਗੇ ਲਾਈਕ KMnO4, ਪੋਟਾਸ਼ੀਅਮ ਡਾਈਕ੍ਰੋਮੇਟ ਜਾਂ ਸਿੰਪਲ ਕ੍ਰੋਮੇਟ ਤੇ ਇਹਨਾਂ ਦੀ ਆਕਸੀਡੇਸ਼ਨ ਕਰਨ ਐਲਕੋਹਲ ਦੀ ਆਕਸੀਡੇਸ਼ਨ ਕਰਨ ਤੇ ਸਾਨੂੰ ਲਾਸਟ ਪ੍ਰੋਡਕਟ ਜਿਹੜਾ ਮਿਲੇਗਾ ਡੈਟ ਇਜ਼ ਕਾਰਬੋਕਸਿਲਿਕ ਐਸਿਡ। ਐਲਡੀਹਾਈਡ ਵਿੱਚ ਵਿਚਾਲੇ ਬਣੇਗਾ। ਸੋ ਅਗੇਨ ਇਥੇਨੋਲ ਦੀ ਆਕਸੀਡੇਸ਼ਨ ਕਰਾਂਗੇ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਯੂਜ਼ ਕਰਕੇ ਤੇ ਕਿਆ ਬਣੇਗਾ ਸਾਡਾ? ਇਥਨੋਇਕ ਐਸਿਡ। ਇਥਨੋਲ ਦੀ KMnO4 ਕਰਕੇ ਕਰਾਂਗੇ ਤਾਂ ਵੀ ਕਿਆ ਬਣੇਗਾ? ਇਥਨੋਇਕ ਐਸਿਡ। ਸੋ ਅਗਰ ਅਸੀਂ ਐਲਡੀਹਾਈਡ ਬਣਾਉਣਾ ਤਾਂ ਉਹਦੇ ਲਈ ਸਾਨੂੰ ਖਾਸ ਰੀਏਜੰਟ ਯੂਜ਼ ਕਰਨੇ ਪੈਣਗੇ ਲਾਈਕ ਜੋਨਸ ਰੀਏਜੰਟ ਜਾਂ ਪੀਸੀਸੀ। ਰਿਡਕਸ਼ਨ ਆਫ ਐਸਾਈਲ ਕਲੋਰਾਈਡ। ਐਸਾਈਲ ਕਲੋਰਾਈਡ ਹੁੰਦਾ CuCl। ਅਗਰ ਅਸੀਂ ਰਿਡਕਸ਼ਨ ਕਰਨੀ ਹੈ ਐਸਾਈਲ ਕਲੋਰਾਈਡ ਲਈ ਉਹਦੇ ਲਈ ਅਸੀਂ ਇਹ ਵਾਲਾ ਰੀਏਜੰਟ ਯੂਜ਼ ਕਰ ਸਕਦੇ ਹਾਂ ਲਿਥੀਅਮ ਐਲੂਮੀਨੀਅਮ ਟਰਾਈਬਿਟੋਕਸੀਹਾਈਡਰਾਈਡ। ਲਿਥੀਅਮ ਐਲੂਮੀਨੀਅਮ ਟਰਾਈਬਿਟੋਕਸੀਹਾਈਡਰਾਈਡ। ਰਿਡਕਸ਼ਨ ਦਾ ਕੀ ਮਤਲਬ ਹੈ? ਇਹਨੇ ਐਡੀਸ਼ਨ ਕਰਨੀ ਹਾਈਡਰੋਜਨ ਦੀ। ਸੋ ਇੱਥੇ ਹਾਈਡਰੋਜਨ ਐਡ ਹੋ ਜਾਏਗਾ ਔਰ ਸਾਡਾ ਜੋ ਐਸਾਈਲ ਕਲੋਰਾਈਡ ਹੈ ਕਾਹਦੇ 'ਚ ਕਨਵਰਟ ਹੋ ਜਾਏਗਾ? ਐਲਡੀਹਾਈਡ 'ਚ।
सिमिलरली ये कंपाउंड है साडे तो इहदे च भी अगर असी लीथियम एलुमीनियम ट्राईबुटॉक्सी हाइड्रोइड ना ਇਹਦੀ रिएक्शन करावांगे तो सिंपल Cl की जगह तुहाडा H आ जाएगा और इसाइल क्लोराइड तो एल्डिहाइड बन जाएगा। सो ये भी कुछ एग्जाम्पल्स ने, इतने भी Cl की जगह ते H आ जाएगा और बेंजोइल क्लोराइड तो बेंजल्डिहाइड बन जाएगा। सिंपल अगर एरो के उपर लीथियम एलुमीनियम ट्राईबुटॉक्सी लिखा है तो तुसी क्या करना है, इसाइल क्लोराइड नू एल्डिहाइड च कन्वर्ट कर देना है। ये रिएक्शन कंप्लीट दी रिएक्शन च आ सकदे। नैक्सट है रैलेटिव रिएक्टिविटी ऑफ एल्डिहाइड कीटोन। वेरी इंपॉर्टेंट, काफ़ी बार एग्जाम च पूछा जाता है कि एल्डिहाइड ते कीटोन दे विचों ज़्यादा रिएक्टिव कौन है। देखो एल्डिहाइड ते कीटोन दोनों न्यूक्लियोफिलिक एडिशन रिएक्शन शो कर सकते, बट अगर कंपैरिजन किया जाए तो कीटोन्स जिहड़े घट रिएक्टिव होंदे एज कंपेयर टू एल्डिहाइड। किहड़े दो फैक्टर ने जिहड़े ये एक्सप्लेन करते हैं कि एल्डिहाइड ज़्यादा रिएक्टिव है और कीटोन घट रिएक्टिव है। फर्स्ट फैक्टर है इंडक्टिव अफेक्ट। देखो +1 च असीं इंडक्टिव फैक्ट पढ़िया। इंडक्टिव फैक्ट की कहंदा कि इलैक्ट्रॉन डोनेट करना कार्बन नूं, है ना, इंडक्टिव फैक्ट यही हुंदा है। सो इंडक्टिव फैक्ट किद्दां अफेक्ट करदा रिएक्टिविटी नूं? देखो कार्बोनल ग्रुप एल्डिहाइड ज़्यादा रिएक्टिव कदों होणगे जदों कार्बन दे उपर पॉजिटिव चार्ज ज़्यादा होएगा, मतलब कार्बन ज़्यादा भुखा होएगा, वो उदों ही ज़्यादा रिएक्टिव होएगा। देखो डेली लाइफ च भी इदां हुंदा जदों बंदे तो गरीबी हुंदी है, गरीबी कारण ਉਹਨੂੰ ਜਦੋਂ ਉਹਦੀ ਭੁੱਖ ਨਹੀਂ ਮਿਟਦੀ ਉਦੋਂ ਹੀ ਕੰਮ ਕਰਦਾ ਨਾ। ਸੋ ਇਸੇ ਤਰ੍ਹਾਂ ਕਾਰਬੋਨਲ ਗਰੁੱਪ ਮਤਲਬ ਐਲਡੀਹਾਈਡਸ ਉਦੋਂ ਜ਼ਿਆਦਾ ਰਿਐਕਟਿਵ ਹੋਣਗੇ ਜਦੋਂ ਕਾਰਬਨ ਦੇ ਉੱਪਰ ਮੈਕਸਿਮਮ ਪੋਜ਼ਿਟਿਵ ਚਾਰਜ ਹੋਏਗਾ। ਹੁਣ ਦੇਖੋ ਇਹ ਕਾਰਬਨ ਦੇ ਨਾਲ 2 H ਲੱਗੇ ਆ, ਇੱਧਰ ਆਕਸੀਜਨ ਹੈ ਔਰ ਇਹ ਕਾਰਬਨ ਦੇ ਨਾਲ ਇੱਕ R ਤੇ ਇੱਕ H ਲੱਗਾ। ਹੁਣ ਦੇਖੋ ਇਹ ਕਾਰਬਨ ਤੇ ਆਕਸੀਜਨ ਵਿੱਚੋਂ ਸਾਨੂੰ ਪਤਾ ਹੈ ਆਕਸੀਜਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਇਹਨੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲਏ ਔਰ ਕਾਰਬਨ ਦੇ ਉੱਪਰ ਕਿਆ ਆ ਗਿਆ, ਪੋਜ਼ਿਟਿਵ ਚਾਰਜ। ਹੁਣ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ ਤੇ ਇਟ ਮੀਨਸ ਕਿ ਇਹਦੇ ਨਾਲ ਕੋਈ ਨਿਊਕਲੀਓਫਾਈਲ ਆ ਕੇ ਤੇ ਅਟੈਕ ਕਰ ਸਕਦਾ, ਇਹਦਾ ਮਤਲਬ ਜ਼ਿਆਦਾ ਰਿਐਕਟਿਵ ਹੋਇਆ। ਹੁਣ ਦੇਖੋ ਇੱਥੇ ਕਿਆ ਹੈ, ਇੱਥੇ R ਗਰੁੱਪ ਹੈ। ਜਦੋਂ ਕਾਰਬਨ ਨੇ ਆਕਸੀਜਨ ਨੇ ਕਾਰਬਨ ਤੋਂ ਇਲੈਕਟ੍ਰੋਨ ਆਪਣੇ ਵੱਲ ਖਿੱਚ ਲਏ, ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ, ਕਾਰਬਨ ਪੋਜ਼ਿਟਿਵ ਚਾਰਜ ਆ ਗਿਆ, ਬਟ ਕਾਰਬਨ ਨੂੰ ਪੋਜ਼ਿਟਿਵ ਚਾਰਜ ਦੀ ਕਮੀ, ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ ਬਟ ਕਾਰਬਨ ਨੂੰ ਇਲੈਕਟ੍ਰੋਨ ਕੌਣ ਦੇਣ ਲੱਗ ਪਿਆ, R, ਕਿਉਂਕਿ ਆਪਣਾ ਇਲੈਕਟ੍ਰੋਨ ਰਿਲੀਜ਼ਿੰਗ ਇਫੈਕਟ ਸ਼ੋ ਕਰ ਰਿਹਾ, ਇਲੈਕਟ੍ਰੋਨ ਡੋਨੇਟ ਕਰਨ ਲੱਗ ਪਿਆ। ਸੋ ਇਹਨੂੰ ਅਗਰ ਇਹਨੂੰ ਇਹ ਤੋਂ ਇਲੈਕਟ੍ਰੋਨ ਮਿਲ ਰਿਹਾ ਤੇ ਬਾਹਰੋਂ ਕਿਸੇ ਨਿਊਕਲੀਓਫਾਈਲ ਤੋਂ ਕਿਉਂ ਇਲੈਕਟ੍ਰੋਨ ਲਏਗਾ। ਸੋ ਇੱਥੇ ਨਿਊਕਲੀਓਫਾਈਲ ਦਾ ਅਟੈਕ ਜਿਹੜਾ ਆ ਉਹ ਘੱਟ ਹੋਏਗਾ ਤਾਂ ਸਹੀ, ਬਟ ਉਹ ਘੱਟ ਹੋਏਗਾ। ਇਸ ਕਰਕੇ ਇਹਨਾਂ ਦੋਵਾਂ ਦੇ ਕੰਪੈਰੀਜ਼ਨ ਦੇ ਵਿੱਚ ਫਾਰਮੈਲਡੀਹਾਈਡ ਇੱਕ ਕਾਰਬਨ ਵਾਲਾ ਐਲਡੀਹਾਈਡ ਜ਼ਿਆਦਾ ਰਿਐਕਟਿਵ ਹੈ ਔਰ ਜਿਹੜਾ ਸਾਡਾ ਐਸਟੈਲਡੀਹਾਈਡ 2 ਕਾਰਬਨ ਵਾਲਾ ਐਲਡੀਹਾਈਡ ਜਿਹੜਾ ਉਹ ਘੱਟ ਰਿਐਕਟਿਵ ਹੈ। ਸੋ ਇੰਡਕਟਿਵ ਇਫੈਕਟ ਕੀ ਕਹਿੰਦਾ, ਇਹ ਗ੍ਰੇਟਰ ਪੋਜ਼ਿਟਿਵ ਚਾਰਜ ਮੀਨਸ ਹਾਈ ਰਿਐਕਟਿਵਿਟੀ। ਕਾਰਬਨ ਦੇ ਉੱਪਰ ਜਿੰਨਾ ਜ਼ਿਆਦਾ ਪੋਜ਼ਿਟਿਵ ਚਾਰਜ ਹੋਏਗਾ ਉਨੀ ਰਿਐਕਟਿਵਿਟੀ ਜ਼ਿਆਦਾ ਹੋਏਗੀ। ਅਗਰ ਪੋਜ਼ਿਟਿਵ ਚਾਰਜ ਘਟਦਾ, ਇਫ ਦਾ ਪੋਜ਼ਿਟਿਵ ਚਾਰਜ ਇਜ਼ ਡਿਸਪਰਸਡ ਥਰੂ ਦਾ ਮੋਲੀਕਿਊਲ, ਅਗਰ ਪੋਜ਼ਿਟਿਵ ਚਾਰਜ ਘਟਦਾ, ਜਿੱਦਾਂ ਦੇਖੋ ਇਹ ਪੋਜ਼ਿਟਿਵ ਚਾਰਜ ਇੱਥੇ ਘਟ ਗਿਆ ਕਿਉਂਕਿ ਇਹਨੂੰ ਇਲੈਕਟ੍ਰੋਨ ਦੇਣ ਲੱਗ ਪਿਆ ਸੀ, ਤੇ ਉਦੋਂ ਫਿਰ ਜਿਹੜਾ ਕਾਰਬਨਲ ਕੰਪਾਊਂਡ ਹੈ ਉਹ ਸਟੇਬਲ ਜ਼ਿਆਦਾ ਹੋ ਜਾਂਦਾ ਹੈ ਤੇ ਉਹਦੀ ਰਿਐਕਟਿਵਿਟੀ ਡਿਕਰੀਜ਼ ਕਰ ਜਾਂਦੀ ਹੈ। दूसरा फैक्टर है स्टेरिक फैक्टर। देखो ये भी एग्जाम्पल तो समझांगे। स्टेरिक फैक्टर मतलब एक तरह की रुकावट पाना। हम देखो इतने कार्बन के नाल 2 H लगे, डबल बॉन्ड O कि न्यूक्लियोफाइल आसानी नाल अटैक करने लिए आ सकता है, पर इत्थे क्या है, इत्थे कार्बन के नाल CH3 ग्रुप लगा है। CH3 ग्रुप एक बल्की ग्रुप है, भारा ग्रुप है एज कंपेयर टू हाइड्रोजन ग्रुप। ਜਦੋਂ ਨਿਊਕਲੀਓਫਾਈਲ ਅਟੈਕ ਕਰਨ ਲਈ ਆਏਗਾ ਤੇ ਇਹ ਜਿਹੜਾ ਭਾਰਾ ਗਰੁੱਪ ਹੈ, ਬਲਕੀ ਗਰੁੱਪ ਹੈ, ਇਹ ਇਹਦੇ ਰਸਤੇ ਵਿੱਚ ਰੁਕਾਵਟ ਪਾਏਗਾ। ਅਗਰ ਰੁਕਾਵਟ ਪਾਏਗਾ ਇਟ ਮੀਨਸ ਕਿ ਇਹਦੀ ਰਿਐਕਟਿਵਿਟੀ क्या ਹੋਏਗੀ, ਘੱਟ ਹੋਏਗੀ। ਸੋ ਦਾ ਸਾਈਜ਼ ਆਫ ਐਲਕਾਈਲ ਗਰੁੱਪ ਇਜ਼ ਮੋਰ ਦੈਨ ਡੈਟ ਆਫ ਹਾਈਡਰੋਜਨ। ਅਸੀਂ ਜਾਣਦੇ ਹਾਂ ਕਿ ਐਲਕਾਈਲ ਗਰੁੱਪ ਦਾ ਸਾਈਜ਼ ਜਿਹੜਾ ਆ ਉਹ ਜ਼ਿਆਦਾ ਹੁੰਦਾ ਹਾਈਡਰੋਜਨ ਨਾਲੋਂ। ਇਫ 2 alkyl groups are attached to the carbonyl group, obvious ਕਿ ਉਹ ਜ਼ਿਆਦਾ ਰੁਕਾਵਟ ਪਾਣਗੇ। The alkyl groups are larger than a hydrogen atom and then cause hindrance। ਉਹੀ ਗੱਲ ਹੈ ਕਿ ਜਿਹੜੇ alkyl groups ਹੁੰਦੇ ਆ ਇਹ ਭਾਰੇ ਗਰੁੱਪ ਹੁੰਦੇ ਆ ਔਰ ਇਹ ਨਿਊਕਲੀਓਫਾਈਲ ਦੇ ਰਸਤੇ ਵਿੱਚ ਮੁਸੀਬਤ ਕ੍ਰੀਏਟ ਕਰਨਗੇ, ਇੱਕ ਤਰ੍ਹਾਂ ਦੀ ਹਿੰਡਰੈਂਸ ਕ੍ਰੀਏਟ ਕਰਨਗੇ, ਜਿਸ ਕਰਕੇ ਰਿਐਕਟਿਵਿਟੀ ਘਟ ਜਾਏਗੀ। ਸੋ ਇਹ ਰਿਐਕਸ਼ਨ ਜਲਦੀ ਦੇਗਾ, ਇਹ ਰਿਐਕਸ਼ਨਸ ਲੇਟ ਦੇਣਗੇ। ਜਿਹੜਾ ਰਿਐਕਸ਼ਨ ਜਲਦੀ ਦੇਗਾ ਉਹ ਜ਼ਿਆਦਾ ਰਿਐਕਟਿਵ ਹੋਏਗਾ। अगर असी कंपैरिजन करिए एरोमेटिक एल्डिहाइड कीटोन का, एरोमेटिक मतलब रिंग वाले एल्डिहाइड, जिहड़े रिंग वाले एल्डिहाइड हुंदे आ दे आर लैस रिएक्टिव एज कंपेयर टू एलिफेटिक।
ਐਲਡੀਹਾਈਡ ਐਲੀਫੈਟਿਕ ਮਤਲਬ ਜਿੱਦਾਂ ਇਥੇਨਲ ਮਿਥੇਨਲ ਉਹਨਾਂ ਦੇ ਨਾਲੋਂ ਜਿਹੜੇ ਰਿੰਗ ਵਾਲੇ ਐਲਡੀਹਾਈਡਸ ਹੁੰਦੇ ਆ ਉਹ ਘੱਟ ਰਿਐਕਟਿਵ ਹੁੰਦੇ ਆ। ਕਿਵੇਂ ਘੱਟ ਰਿਐਕਟਿਵ ਹੁੰਦੇ ਆ? ਇੱਕ ਐਗਜ਼ਾਮਪਲ ਤੋਂ ਕਲੀਅਰ ਹੈ, ਜਿਵੇਂ ਬੈਂਜ਼ਲਡੀਹਾਈਡ ਹੈ। ਬੈਂਜ਼ਲਡੀਹਾਈਡ ਦੇਖੋ ਇੱਥੇ ਰੈਜ਼ੋਨੇਟਿਵ ਸਟਰਕਚਰ ਨੇ ਬੈਂਜ਼ਲਡੀਹਾਈਡ ਦੀਆਂ। ਦੇਖੋ ਇੱਥੇ ਰਿੰਗ ਕਿਆ ਕਰ ਰਿਹਾ, ਉੱਪਰ ਐਲਡੀਹਾਈਡ ਗਰੁੱਪ ਲੱਗਾ, ਇੱਥੇ ਰਿੰਗ ਇਲੈਕਟ੍ਰੋਨ ਡੋਨੇਟ ਕਰ ਰਿਹਾ ਐਲਡੀਹਾਈਡ ਨੂੰ, CHO ਨੂੰ। ਸੋ ਅਗਰ ਇਹਨੇ ਇਲੈਕਟ੍ਰੋਨ ਡੋਨੇਟ ਕਰਤੇ ਰਿੰਗ ਦੇ ਉੱਪਰ ਕਿਆ ਆ ਗਿਆ, ਪੋਜ਼ਿਟਿਵ ਚਾਰਜ। ਤਾਂ ਇਹ ਪੋਜ਼ਿਟਿਵ ਚਾਰਜ ਸਾਰੀ ਰਿੰਗ ਦੇ ਉੱਪਰ ਡੀਲੋਕਲਾਈਜ਼ਡ ਹੋ ਰਿਹਾ, ਮਤਲਬ ਕਦੀ ਇਹ ਪੋਜ਼ਿਟਿਵ ਚਾਰਜ ਔਰਥੋ ਤੇ ਹੈ, ਕਦੀ ਪੈਰਾ ਤੇ ਹੈ, ਕਦੀ ਔਰਥੋ ਤੇ ਹੈ। ਪਰ ਜਦੋਂ ਨਿਊਕਲੀਓਫਾਈਲ ਅਟੈਕ ਕਰਨ ਲਈ ਆਏਗਾ, ਹੁਣ ਦੇਖੋ ਨਿਊਕਲੀਓਫਾਈਲ ਅਟੈਕ ਕਰਨ ਲਈ ਆਏਗਾ ਤੇ ਬੈਂਜ਼ੀਨ ਰਿੰਗ ਦੇ ਉੱਪਰ ਆਲਮੋਸਟ ਪੋਜ਼ਿਟਿਵ ਚਾਰਜ ਔਰਥੋ ਪੈਰਾ ਤੇ ਘੁੰਮ ਰਿਹਾ, ਜਿਸ ਕਰਕੇ ਨਿਊਕਲੀਓਫਾਈਲ ਈਜ਼ਲੀ ਜਿਹੜਾ ਆ ਉਹ ਸਸੈਪਟੇਬਲ ਨਹੀਂ ਹੋ ਪਾਏਗਾ ਅਟੈਕ ਲਈ। ਇਸ ਕਰਕੇ ਜਿਹੜੇ ਬੈਂਜ਼ਲਡੀਹਾਈਡ ਜਿਹੜੇ ਆ ਇਹਨਾਂ ਦਾ ਕੰਪੈਰੀਜ਼ਨ ਅਗਰ ਅਸੀਂ ਐਲੀਫੈਟਿਕ ਐਲਡੀਹਾਈਡ ਨਾਲ ਕਰੀਏ ਤੇ ਘੱਟ ਰਿਐਕਟਿਵ ਹੁੰਦੇ ਆ। ਨੈਕਸਟ ਕੈਮੀਕਲ ਰਿਐਕਸ਼ਨਸ ਆਫ ਐਲਡੀਹਾਈਡ। ਐਲਡੀਹਾਈਡ ਕਿਹੜੀਆਂ-ਕਿਹੜੀਆਂ ਰਿਐਕਸ਼ਨਸ ਦਿੰਦੇ ਨੇ? ਆਕਸੀਡੇਸ਼ਨ, ਰਿਡਕਸ਼ਨ, ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ, ਐਲਡੋਲ ਕੰਡੈਂਸੇਸ਼ਨ that is very important, ਕੈਨਿਜ਼ੈਰੋ ਰਿਐਕਸ਼ਨ, ਆਈਡੋਫੋਰਮ ਰਿਐਕਸ਼ਨ। ਫਸਟ ਹੈ ਆਕਸੀਡੇਸ਼ਨ ਆਫ ਐਲਡੀਹਾਈਡ। ਅਗਰ ਅਸੀਂ ਐਲਡੀਹਾਈਡ ਦੀ ਆਕਸੀਡੇਸ਼ਨ ਕਰਦੇ ਹਾਂ, ਅਸੀਂ ਪਹਿਲਾਂ ਵੀ ਪੜ੍ਹਿਆ ਹੈ, ਤੇ ਕਿਆ ਬਣੇਗਾ ਸਾਡਾ? ਕਾਰਬੋਕਸਿਲਿਕ ਐਸਿਡ। ਇਹਦਾ ਪ੍ਰਾਇਰ ਸਟੈਪ ਕਿਆ? ਅਸੀਂ ਪਹਿਲਾਂ ਇਥੇਨੋਲ ਦੀ ਆਕਸੀਡੇਸ਼ਨ ਕਰਦੇ ਹਾਂ ਤੇ ਐਲਡੀਹਾਈਡ ਬਣਦਾ, ਔਰ ਐਲਡੀਹਾਈਡ ਦੀ ਆਕਸੀਡੇਸ਼ਨ ਕਰਦੇ ਹਾਂ ਤੇ ਕਾਰਬੋਕਸਿਲਿਕ ਐਸਿਡ ਬਣਦਾ। ਠੀਕ ਹੈ, ਸੋ ਇਹ ਜਿਹੜੀ ਆਕਸੀਡੇਸ਼ਨ ਹੈ ਇਹਦੇ ਲਈ ਅਸੀਂ KMnO4, ਪੋਟਾਸ਼ੀਅਮ ਡਾਈਕ੍ਰੋਮੇਟ, ਟੋਲਰਨ ਰੀਏਜੈਂਟ। ਟੋਲਰਨ ਰੀਏਜੈਂਟ ਕਿਆ ਹੁੰਦਾ? ਸਿਲਵਰ ਨਾਈਟ੍ਰੇਟ ਦਾ ਸੋਲਿਊਸ਼ਨ ਹੁੰਦਾ, ਅਮੋਨੀਅਮ ਸਿਲਵਰ ਨਾਈਟ੍ਰੇਟ ਦਾ, ਇਹ ਯੂਜ਼ ਕਰ ਸਕਦੇ ਹਾਂ। ਸੋ ਐਲਡੀਹਾਈਡ ਦੀ ਆਕਸੀਡੇਸ਼ਨ ਕਰਨ ਤੇ ਕਾਰਬੋਕਸਿਲਿਕ ਐਸਿਡ ਬਣਦਾ, ਸਾਨੂੰ ਪਤਾ ਹੋਣਾ ਚਾਹੀਦਾ। ਸੋ ਵਾਟ ਇਜ਼ ਟੋਲਰਨ ਰੀਏਜੈਂਟ? ਇਹਨੂੰ ਸਿਲਵਰ ਮਿਰਰ ਟੈਸਟ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਲੈਬੋਰਟਰੀ 'ਚ ਅਸੀਂ ਟੈਸਟ ਪਰਫਾਰਮ ਵੀ ਕਰਦੇ ਹਾਂ, ਇਸ ਤਰ੍ਹਾਂ ਦਾ ਸਿਲਵਰ ਮਿਰਰ ਟੈਸਟ ਟਿਊਬ ਦੇ ਅੰਦਰ ਬਣਦਾ। ਸੋ ਇਹਦੇ 'ਚ ਕੀ ਕਰਦੇ ਹਾਂ ਅਸੀਂ? ਫਸਟਲੀ ਲੈਬ ਦੇ ਵਿੱਚ ਟੋਲਰਨ ਰੀਏਜੈਂਟ ਬਣਿਆ ਪਿਆ ਹੁੰਦਾ, ਇਟ ਇਜ਼ ਅ ਸੋਲਿਊਸ਼ਨ ਆਫ ਸਿਲਵਰ ਨਾਈਟ੍ਰੇਟ। ਅਮੋਨੀਕਲ ਸਿਲਵਰ ਨਾਈਟ੍ਰੇਟ ਦਾ ਬੇਸਿਕਲੀ ਸੋਲਿਊਸ਼ਨ ਹੁੰਦਾ। ਜਦੋਂ ਅਸੀਂ ਐਲਡੀਹਾਈਡ ਦੇ ਵਿੱਚ ਟੋਲਰਨ ਰੀਏਜੈਂਟ ਐਡ ਕਰਦੇ ਹਾਂ, ਇੱਕ ਸਿਲਵਰ ਮਿਰਰ ਪ੍ਰੋਡਿਊਸ ਹੁੰਦਾ ਡਿਊ ਟੂ ਸਿਲਵਰ ਆਇਨ। ਸਿਲਵਰ ਮਿਰਰ ਇੱਕ ਬਿਲਕੁਲ ਚਾਂਦੀ ਦੀ ਤਰ੍ਹਾਂ ਇੱਕ ਚੀਜ਼ ਪ੍ਰੋਡਿਊਸ ਹੁੰਦੀ ਹੈ। ਅਗਰ ਐਲਡੀਹਾਈਡ ਵਿੱਚ ਟੋਲਰਨ ਰੀਏਜੈਂਟ ਪਾਉਣ ਨਾਲ ਸਿਲਵਰ ਮਿਰਰ ਆ ਜਾਂਦਾ, ਇਟ ਮੀਨਸ ਉਹ ਸਾਡਾ ਕਿਆ ਹੈ? ਐਲਡੀਹਾਈਡ। ਅਗਰ ਅਸੀਂ ਕੀਟੋਨ ਦੇ ਵਿੱਚ ਟੋਲਰਨ ਰੀਏਜੈਂਟ ਪਾਉਂਦੇ ਹਾਂ ਤੇ ਕੋਈ ਵੀ ਰਿਐਕਸ਼ਨ ਨਹੀਂ ਹੁੰਦਾ, ਕੋਈ ਵੀ ਸਿਲਵਰ ਮਿਰਰ ਨਹੀਂ ਆਉਂਦਾ। ਸੋ ਇਸ ਕਰਕੇ ਇਹ ਵਾਲਾ ਟੈਸਟ ਜਿਹੜਾ ਹੈ ਐਲਡੀਹਾਈਡ ਤੇ ਕੀਟੋਨ 'ਚ ਡਿਸਟਿੰਗੁਇਸ਼ ਕਰਨ ਲਈ ਯੂਜ਼ ਹੁੰਦਾ ਹੈ। ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਟੈਸਟ ਯੂਜ਼ ਟੂ ਡਿਸਟਿੰਗੁਇਸ਼ ਐਲਡੀਹਾਈਡ ਐਂਡ ਕੀਟੋਨ। ਕੀਟੋਨ ਟੋਲਰਨ ਰੀਏਜੈਂਟ ਟੈਸਟ ਨਹੀਂ ਦਿੰਦੇ, ਐਲਡੀਹਾਈਡ ਟੋਲਰਨ ਰੀਏਜੈਂਟ ਟੈਸਟ ਦਿੰਦੇ ਆ। ਨੈਕਸਟ ਇਜ਼ ਰਿਡਕਸ਼ਨ ਆਫ ਐਲਡੀਹਾਈਡ। ਐਲਡੀਹਾਈਡ ਦੀ ਰਿਡਕਸ਼ਨ ਕਰਾਂਗੇ। ਰਿਡਕਸ਼ਨ ਕਿਆ? ਐਡੀਸ਼ਨ ਆਫ ਹਾਈਡਰੋਜਨ। ਐਲਡੀਹਾਈਡ ਦੀ ਰਿਡਕਸ਼ਨ ਕਰਨ ਤੇ ਸਾਡੇ ਤੋਂ ਕਿਆ ਬਣੇਗਾ? ਐਲਕੋਹਲ ਬਣੇਗਾ। ਸੋ ਐਲਡੀਹਾਈਡ ਨੂੰ ਰਿਡਕਸ਼ਨ ਕਰਨ ਲਈ ਅਸੀਂ ਵੇਰੀਅਸ ਰੀਜ਼ਨ ਯੂਜ਼ ਕਰ ਸਕਦੇ ਹਾਂ, ਲਾਈਕ ਹਾਈਡਰੋਜਨ ਇਨ ਦਾ ਪ੍ਰੈਜ਼ੈਂਸ ਆਫ ਨਿਕਲ, ਹਾਈਡਰੋਜਨ ਇਨ ਦਾ ਪ੍ਰੈਜ਼ੈਂਸ ਆਫ ਪੈਲਾਡੀਅਮ, ਲਿਥੀਅਮ ਐਲੂਮੀਨੀਅਮ ਹਾਈਡਰਾਈਡ, ਸੋਡੀਅਮ ਬੋਰੋਹਾਈਡਰਾਈਡ। ਸੋ ਇਹ ਸਾਰੇ ਰਿਡਿਊਸਿੰਗ ਏਜੰਟ ਨੇ। ਐਲਡੀਹਾਈਡ ਕਿਆ ਦਿੰਦੇ ਰਿਡਕਸ਼ਨ ਕਰਨ ਦੇ ਉੱਪਰ? ਪ੍ਰਾਇਮਰੀ ਅਲਕੋਹਲ। ਲਿਥੀਅਮ ਐਲੂਮੀਨੀਅਮ ਹਾਈਡਰਾਈਡ ਨਾਲ ਰਿਡਕਸ਼ਨ ਕਰਾਂਗੇ, ਇੱਕ ਦੇਖੋ ਇੱਕ H ਤੁਹਾਡਾ ਉਹਦੇ ਨਾਲ ਐਡ ਹੋਏਗਾ, ਇੱਕ ਕਾਰਬਨ ਦੇ ਨਾਲ ਐਡ ਹੋ ਜਾਏਗਾ, ਔਰ ਕਿਆ ਬਣ ਜਾਏਗਾ? ਐਲਕੋਹਲ। ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ 'ਚ ਕਿਹੜੀ-ਕਿਹੜੀ ਰਿਐਕਸ਼ਨ ਹੁੰਦੀਆਂ ਨੇ? HCN। ਅਗਰ ਅਸੀਂ HCN ਨਾਲ ਰਿਐਕਸ਼ਨ ਕਰਾਵਾਂਗੇ ਤੇ ਸਾਈਨੋਹਾਈਡਰਨ ਬਣਨਗੇ। ਅਮੋਨੀਆ ਨਾਲ ਵੀ ਰਿਐਕਸ਼ਨ ਕਰਵਾ ਸਕਦੇ ਹਾਂ, ਗ੍ਰਿਗਨਾਰਡ ਰੀਜ਼ਨ ਜਿਹੜੇ ਆ ਉਹ ਐਲਕੋਹਲ ਬਣਾਉਣਗੇ। ਸੋ ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ 'ਚ ਕਿਆ ਹੋਏਗਾ? ਨਿਊਕਲੀਓਫਾਈਲ ਅਟੈਕ ਕਰੇਗਾ ਔਰ ਜਸਟ ਐਡ ਹੋ ਜਾਏਗਾ। ਸੋ ਨਿਊਕਲੀਓਫਾਈਲ ਕਿੱਥੇ ਅਟੈਕ ਕਰੇਗਾ? ਕਾਰਬਨ ਦੇ ਉੱਪਰ, ਕਿਉਂਕਿ ਕਾਰਬਨ ਦੇ ਉੱਪਰ ਪਾਰਸ਼ੀਅਲ ਪੋਜ਼ਿਟਿਵ ਚਾਰਜ ਹੁੰਦਾ ਹੈ ਔਰ ਨਿਊਕਲੀਓਫਾਈਲ ਤੇ ਖੁਦ ਕਿਆ ਚਾਰਜ ਹੁੰਦਾ ਹੈ? ਪਾਰਸ਼ੀਅਲ ਨੈਗੇਟਿਵ। ਸੋ ਫਸਟ ਰਿਐਕਸ਼ਨ ਦੇਖਦੇ ਹਾਂ HCN ਵਾਲੀ। ਹੁਣ ਦੇਖੋ ਜਿੱਦਾਂ ਇਹ ਐਲਡੀਹਾਈਡ ਜਾਂ ਕੀਟੋਨ ਹੈ, ਹੁਣ HCN, H ਦੇ ਉੱਪਰ ਪੋਜ਼ਿਟਿਵ ਚਾਰਜ, CN ਦੇ ਉੱਪਰ ਨੈਗੇਟਿਵ ਚਾਰਜ। ਸੋ CN ਕਿਆ ਹੈ? ਸਾਡਾ ਨਿਊਕਲੀਓਫਾਈਲ। CN ਕਿੰਨਾ ਰਿਐਕਟ ਕਰੇਗਾ? ਕਾਰਬਨ ਦੇ ਨਾਲ, ਤੇ ਉਹਦੇ ਨਾਲ ਕੌਣ ਅਟੈਕ ਕਰੇਗਾ?
ਉਹਦੇ ਉੱਪਰ ਕੌਣ ਅਟੈਕ ਕਰੇਗਾ H, ਸੋ ਕਿਆ ਬਣ ਜਾਏਗਾ COH, ਨੀਚੇ CN, ਇਹਨੂੰ ਬੋਲਾਂਗੇ ਸੀ ਸਾਈਨੋਹਾਈਡਰੀਨ। ਕਿਹੜਾ ਪ੍ਰੋਡਕਟ ਬਣਿਆ ਸਾਈਨੋਹਾਈਡਰੀਨ। ਇੱਥੇ ਦੇਖੋ ਕਾਰਬਨ ਔਰ ਆਕਸੀਜਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਕੌਣ ਹੈ ਆਕਸੀਜਨ, ਤੇ ਪਾਰਸ਼ੀਅਲ ਨੈਗੇਟਿਵ ਇੱਥੇ ਪਾਰਸ਼ੀਅਲ ਪੋਜ਼ਿਟਿਵ। ਸੋ CN ਦੇ ਉੱਪਰ ਕਿਆ ਹੈ ਪਾਰਸ਼ੀਅਲ ਨੈਗੇਟਿਵ, CN ਕਾਰਬਨ ਦੇ ਨਾਲ ਅਟੈਚ ਹੋਏਗਾ ਔਰ O ਦੇ ਨਾਲ H ਅਟੈਚ ਹੋ ਜਾਏਗਾ। ਸੋ ਇਹ ਬਣ ਜਾਏਗਾ ਤੁਹਾਡਾ ਸਾਈਨੋਹਾਈਡਰੀਨ, ਇਹਨੂੰ ਤੁਸੀਂ ਨੇਮਿੰਗ ਦੇ ਸਕਦੇ ਹੋ। ਹੋਰ ਵੀ ਰਿਐਕਸ਼ਨ ਨੇ ਐਲਡੀਹਾਈਡ ਦੀ, ਅਗੇਨ HCl ਨਾਲ ਕਰਾਓ ਸੇਮ ਸਿਮਿਲਰਲੀ। ਸਾਈਨੋਹਾਈਡਰੀਨ ਬਣਨ ਤੋਂ ਬਾਅਦ ਅਸੀਂ ਇਹਨਾਂ ਦੀ ਹਾਈਡਰੋਲਿਸਿਸ ਵੀ ਕਰ ਸਕਦੇ ਹਾਂ। ਸੋ ਹਾਈਡਰੋਲਿਸਿਸ ਹੋਣ ਤੇ CN ਕਾਹ 'ਚ ਚੇਂਜ ਹੋ ਜਾਏਗਾ COH ਪਲੱਸ ਅਮੋਨੀਅਮ ਆਇਨ ਫਾਰਮ ਹੋ ਜਾਏਗਾ। ਸੋ ਇਹਦਾ ਮਕੈਨਿਜ਼ਮ ਵੀ ਹੈ ਡੈਟ ਇਜ਼ ਵੈਰੀ ਸਿੰਪਲ, ਪਰ ਪੇਪਰ 'ਚ ਤੁਹਾਨੂੰ ਰਿਐਕਸ਼ਨ ਜ਼ਿਆਦਾ ਆਉਣਗੀਆਂ, ਮਕੈਨਿਜ਼ਮ ਘੱਟ ਪੁੱਛਦੇ ਆ, ਪਰ ਫਿਰ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ CN ਹੈ ਐਜ਼ ਏ ਨਿਊਕਲੋਫਾਈਲ ਅਟੈਕ ਕਰ ਰਿਹਾ, ਇਹ ਕਾਰਬਨ ਦੇ ਨਾਲ ਹੀ ਅਟੈਚ ਹੋਏਗਾ ਕਿਉਂਕਿ ਕਾਰਬਨ ਦੇ ਉੱਪਰ ਪਾਰਸ਼ੀਅਲ ਪੋਜ਼ਿਟਿਵ ਚਾਰਜ ਹੈ, CN ਉੱਪਰ ਪਾਰਸ਼ੀਅਲ ਨੈਗੇਟਿਵ ਚਾਰਜ। ਨੈਕਸਟ ਨਿਊਕਲੋਫਿਲਿਕ ਐਡੀਸ਼ਨ ਆਫ ਸੋਡੀਅਮ ਬਾਈਸਲਫਾਈਡ। ਹੁਣ ਦੇਖੋ ਬਾਈਸਲਫਾਈਡ ਨਾਲ ਜਦੋਂ ਐਲਡੀਹਾਈਡ ਰਿਐਕਸ਼ਨ ਕਰੇਗਾ, ਅਗੇਨ ਸਿਮਿਲਰਲੀ ਉਸੇ ਤਰ੍ਹਾਂ ਰਿਐਕਸ਼ਨ ਹੋਏਗਾ। ਕਾਰਬਨ ਔਰ ਆਕਸੀਜਨ 'ਚ ਜ਼ਿਆਦਾ ਇਲੈਕਟ੍ਰੋਨੈਗੇਟਿਵ ਆਕਸੀਜਨ ਹੈ, ਸੋ ਕਾਰਬਨ ਉੱਪਰ ਪਾਰਸ਼ੀਅਲ ਪੋਜ਼ਿਟਿਵ ਚਾਰਜ। ਸੋ ਇਹਦੇ ਵਿੱਚ ਤੁਹਾਡਾ ਜਿਹੜਾ ਸਲਫਾਈਟ ਗਰੁੱਪ ਹੈ H ਪਾਰਸ਼ੀਅਲ ਪੋਜ਼ਿਟਿਵ ਹੈ, ਬਾਕੀ ਜਿਹੜਾ SO3 Na ਸਾਰਾ ਨੈਗੇਟਿਵ ਗਰੁੱਪ ਹੈ। ਸੋ SO3 ਨੂੰ ਖੋਲ ਕੇ ਲਿਖਿਆ ਇੱਥੇ OSO2 ਨੈਗੇਟਿਵ Na ਪੋਜ਼ਿਟਿਵ, ਇਹ ਸਾਰਾ ਨੈਗੇਟਿਵਲੀ ਚਾਰਜਡ ਸੀ। ਸੋ ਇਹ ਕਾਰਬਨ ਦੇ ਨਾਲ ਜਾ ਕੇ ਮਤਲਬ ਐਜ਼ ਏ ਨਿਊਕਲੋਫਾਈਲ ਇਹਨੇ ਅਟੈਕ ਕੀਤਾ ਔਰ O ਦੇ ਨਾਲ ਕੱਲਾ H ਜੁੜਿਆ। ਇਸ ਰਿਐਕਸ਼ਨ ਨੂੰ ਅਸੀਂ ਸੋਡੀਅਮ ਬਾਈਸਲਫਾਈਡ ਨੂੰ ਅਸੀਂ ਖੋਲ ਕੇ ਵੀ ਲਿਖ ਸਕਦੇ ਹਾਂ, ਮਾਡਰਨ ਦੀ ਬੁੱਕ 'ਚ ਬੜਾ ਵਧੀਆ ਤਰੀਕੇ ਨਾਲ ਰਿਐਕਸ਼ਨ ਦਿੱਤਾ ਹੈ, ਤੁਸੀਂ ਉੱਥੋਂ ਵੀ ਇਹਨੂੰ ਦੇਖ ਸਕਦੇ ਹੋ। ਸੋ ਇਹ ਬਣੇਗਾ ਬਾਈਸਲਫਾਈਡ ਸਾਲਟ। ਇਟ ਇਜ਼ ਅ ਜਸਟ ਐਡੀਸ਼ਨ ਰਿਐਕਸ਼ਨ, ਕੁਝ ਵੀ ਬਾਹਰ ਨਹੀਂ ਨਿਕਲਿਆ, ਸਾਰਾ ਐਡ ਔਨ ਹੋਇਆ। ਰਿਐਕਸ਼ਨ ਵਿਦ ਹਾਈਡਰੋਜਨ, ਸੋ NH2 ਨੂੰ ਬੋਲਦੇ ਆ ਹਾਈਡਰੋਜਨ। ਸੋ ਜਦੋਂ ਐਲਡੀਹਾਈਡ ਔਰ ਕੀਟੋਨ ਦੇ ਵਿੱਚ ਹਾਈਡਰੋਜਨ ਐਡ ਹੋਣਗੇ, ਵਾਟਰ ਬਾਹਰ ਨਿਕਲੇਗਾ। ਸੋ ਦੇयर इज एलिमिनेशन ऑफ वाटर मॉलिक्यूल। देखो H2O बाहर निकल जाएगा, कार्बन ਦੇ ਨਾਲ ਡਬਲ ਬੌਂਡ ਔਰ ਪਿੱਛੇ ਇੱਕ ਵਾਲਾ ਗਰੁੱਪ ਜੁਆਇਨ ਹੋ ਜਾਏਗਾ NNH2 और वाटर मॉलिक्यूल बाहर निकल जाएगा। सिमिलरली देखो इतने भी C डबल बॉन्ड O, H2O वाटर मॉलिक्यूल, लॉस ऑफ वाटर मॉलिक्यूल और C ਦੇ ਨਾਲ क्या अटैच हो गया NNH2 और ये बन गया साडा बेंजल्डिहाइड हाइड्रोजोन। ਜਦੋਂ ਹਾਈਡਰੋਜਨ ਤੇ ਐਲਡੀਹਾਈਡ ਆਪਸ ਚ ਰਿਐਕਟ ਕਰਦੇ ਆ, ਵਾਟਰ ਬਾਹਰ ਨਿਕਲਦਾ। ਉਸ ਤੋਂ ਬਾਅਦ ਜਦੋਂ ਵੀ ਅਸੀਂ ਕੰਪਾਊਂਡ ਦਾ ਨਾਮ ਲਿਖਣਾ, ਅਸੀਂ ਲਿਖਣਾ ਹੈ ਹਾਈਡਰੋਜ਼ੋਨ। ਸੋ ਇਟ ਇਜ਼ ਅ ਹਾਈਡਰੋਜ਼ੋਨ ਡੈਰੀਵੇਟਿਵ, ਅਗੇਨ ਇਟ ਇਜ਼ ਅ ਬੈਂਜਲਡੀਹਾਈਡ ਹਾਈਡਰੋਜੋਨ। ਸਿਮਿਲਰਲੀ ਰਿਐਕਸ਼ਨ ਵਿਦ ਹਾਈਡਰੋਕਸਲ ਅਮੀਨ, ਜਦੋਂ ਅਸੀਂ ਐਲਡੀਹਾਈਡ ਔਰ ਕੀਟੋਨ ਦੀ ਰਿਐਕਸ਼ਨ ਹਾਈਡਰੋਕਸਲ ਅਮੀਨ ਨਾਲ ਕਰਾਂਗੇ, ਅਗੇਨ ਵਾਟਰ ਮੋਲੀਕਿਊਲ ਬਾਹਰ ਨਿਕਲੇਗਾ, H2O ਬਾਹਰ ਨਿਕਲ ਜਾਏਗਾ ਔਰ ਪਿੱਛੇ क्या बच गया C डबल बॉन्ड NOH, ਇਹ ਬਣ ਗਿਆ ਸਾਡਾ ਆਕਸਾਈਨ। ਸਿਮਿਲਰਲੀ ਬਿਊਟੇਨਲ, ਇਹਦੀ ਰਿਐਕਸ਼ਨ ਹਾਈਡਰੋਕਸਲ ਅਮੀਨ ਨਾਲ ਕਰਾਵਾਂਗੇ, ਇੱਥੋਂ H2O ਬਾਹਰ ਨਿਕਲ ਜਾਏਗਾ ਔਰ ਇੱਥੇ ਡਬਲ ਬੌਂਡ NOH ਅਟੈਚ ਹੋ ਜਾਏਗਾ, ਪਲੱਸ ਇਹ ਬਣ ਗਿਆ ਬਿਊਟੇਨਲ ਆਕਸਾਈਨ। ਜਦੋਂ ਅਸੀਂ ਹਾਈਡਰੋਕਸਲ ਅਮੀਨ ਨਾਲ ਰਿਐਕਸ਼ਨ ਕਰਾਣਾ ਨਾ ਐਲਡੀਹਾਈਡ ਔਰ ਕੀਟੋਨ ਦਾ, ਪਿੱਛੇ क्या बनना ਆਕਸਾਈਨ। ਇਹ ਬੁੱਕ ਦੇ ਉੱਪਰ ਚਾਰਟ ਵੀ ਲਿਖਿਆ ਹੋਇਆ, ਬਣਿਆ ਹੋਇਆ ਮਾਡਰਨ ਦੀ ਬੁੱਕ ਤੇ। ਹਾਈਡਰੋਜਨ ਹਾਈਡਰੋਜ਼ੋਨ ਡੈਰੀਵੇਟਿਵ ਬਣਾਉਂਦੇ ਆ ਔਰ ਅਮਾਈਨ ਜਿਹੜੇ ਆਕਸਾਈਨ ਬਣਾਉਂਦੇ ਆ। ਸੋ ਸਾਨੂੰ ਇਸੇ ਤਰ੍ਹਾਂ ਇਹਨਾਂ ਦੀ ਨੇਮਿੰਗ ਦੇਣੀ ਪੈਣੀ ਹੈ। ਰਿਐਕਸ਼ਨ ਵਿਦ ਫਿਨਾਈਲ ਹਾਈਡਰੋਜਨ, ਜਦੋਂ ਅਸੀਂ ਐਲਡੀਹਾਈਡ ਕੀਟੋਨ ਦਾ ਰਿਐਕਸ਼ਨ ਵਿਦ ਫਿਨਾਈਲ ਹਾਈਡਰੋਜਨ ਨਾਲ ਕਰਾਂਗੇ, ਅਗੇਨ देयर इज एलिमिनेशन ऑफ वाटर मॉलिक्यूल। सो इथों H2O बाहर निकल जाएगा, C डबल बॉन्ड NNHPH प्लस वाटर। इस रिएक्शन च भी वाटर की एलिमिनेशन होएगी, H2O बाहर निकल जाएगा। सो C दे नाल डबल बॉन्ड NNHPH लग जाएगा और हाइड्रोजन ਨਾਲ ਜਦੋਂ ਅਸੀਂ रिएक्शन करावांगे तो प्रोडक्ट क्या बनेगा हाइड्रोजोन ही बनेगा। बन गया फिनाइल हाइड्रोजोन। अगेन इत्थे भी तुहाडा वाटर मॉलिक्यूल बाहर निकल जाएगा और NNHPH बन गया ब्यूटेनल फिनाइल हाइड्रोजोन।
Next is very important reaction, condensation with 2,4-DNP. DNP ਦਾ ਫੁੱਲ ਫਾਰਮ ਹੈ ਡਾਈਨਾਈਟ੍ਰੋਫਿਨਾਈਲ ਹਾਈਡਰਾਜ਼ਿਨ। ਸੋ ਦੇਖੋ ਇਦਾਂ ਦੇ ਪੀਪੀਟੀ ਬਣਦੇ ਆ ਜਦੋਂ ਅਸੀਂ ਐਲਡੀਹਾਈਡ ਜਾਂ ਕੀਟੋਨ ਦੇ ਵਿੱਚ ਡੀਐਨਪੀ ਐਡ ਕਰਦੇ ਆ ਤੇ ਇੱਕ ਡਾਈ ਫਾਰਮ ਹੁੰਦੀ ਆ। ਅਗਰ ਡਾਈ ਨਾ ਬਣੇ ਇਹ ਟੈਸਟ ਨੈਗੇਟਿਵ ਹੈ, ਅਗਰ ਡਾਈ ਬਣ ਜੇ ਦਿਸ ਇਜ਼ ਪੋਜ਼ਿਟਿਵ ਟੈਸਟ। ਸੋ ਜਦੋਂ ਐਲਡੀਹਾਈਡ ਰਿਐਕਟ ਕਰਦੇ ਆ 2,4-DNP ਨਾਲ ਐਟ ਰੂਮ ਟੈਂਪਰੇਚਰ ਤੇ ਯੈਲੋ ਕਲਰ ਦੇ ਪੀਪੀਟੀ ਬਣਾਉਂਦੇ ਆ, ਦਿਸ ਇਜ਼ ਪੀਪੀਟੀ। ਯੈਲੋ ਔਰੇਂਜ ਕਲਰ ਦੇ ਪੀਪੀਟੀ ਬਣ ਜਾਣ ਅਗਰ, ਇਟ ਮੀਨਸ ਕਿ ਸਾਡਾ ਐਲਡੀਹਾਈਡ ਪ੍ਰੈਜ਼ੈਂਟ ਹੈ। ਸੋ ਰਿਐਕਸ਼ਨ ਕਿਵੇਂ ਹੁੰਦਾ, ਮੰਨ ਲਓ ਸਾਡੇ ਤੋਂ ਬੈਂਜ਼ਲਡੀਹਾਈਡ ਹੈ, ਐਰੋਮੈਟਿਕ ਐਲਡੀਹਾਈਡ ਵੀ ਇਹ ਟੈਸਟ ਦੇ ਦਿੰਦੇ ਆ। ਅਗਰ ਸਾਡੇ ਤੋਂ ਐਰੋਮੈਟਿਕ ਐਲਡੀਹਾਈਡ ਹੈ ਉਹਦੀ ਰਿਐਕਸ਼ਨ ਅਸੀਂ ਡੀਐਨਪੀ ਨਾਲ ਕਰਾਵਾਂਗੇ 2,4-DNP। ਦੇਖੋ ਦਿਸ ਇਜ਼ 2,4 1 2,4 ਡਾਈਨਾਈਟ੍ਰੋ। ਸੋ ਇਹ ਹੈ ਫੰਕਸ਼ਨ ਗਰੁੱਪ। ਸੋ ਇਹ ਬਣ ਕੇ ਬਣ ਗਿਆ 1 2 3 4 2,4 ਡਾਈਨਾਈਟ੍ਰੋ ਫਿਨਾਈਲ ਹਾਈਡਰਾਜ਼ਿਨ। ਹਾਈਡਰਾਜ਼ਿਨ ਕਿਆ ਹੁੰਦਾ, NH2 NH2 ਉਹਦਾ ਇੱਕ H ਕੱਢ ਕੇ ਜਦੋਂ ਅਸੀਂ ਡਾਈਨਾਈਟ੍ਰੋਫਿਨਾਈਲ ਗਰੁੱਪ ਲਗਾ ਦਈਏ ਉਹਨੂੰ ਬੋਲਦੇ ਆ 2,4 ਡਾਈਨਾਈਟ੍ਰੋਫਿਨਾਈਲ ਹਾਈਡਰਾਜ਼ਿਨ। ਸੋ ਹੋਏਗਾ ਕਿਆ, ਰੂਮ ਟੈਂਪਰੇਚਰ ਤੇ ਵਾਟਰ ਮੋਲੀਕੂਲ ਬਾਹਰ ਨਿਕਲ ਜਾਏਗਾ, C ਡਬਲ ਬੌਂਡ N, CN ਬੌਂਡ ਦੀ ਫਾਰਮੇਸ਼ਨ ਹੋ ਜਾਏਗੀ, ਵਾਟਰ ਬਾਹਰ ਨਿਕਲ ਗਿਆ, C ਡਬਲ ਬੌਂਡ N NH, ਬਾਕੀ ਉਸੇ ਤਰ੍ਹਾਂ ਹੀ ਇਹ ਬਣ ਗਿਆ ਬੈਂਜ਼ਲਡੀਹਾਈਡ 2,4 ਡਾਈਨਾਈਟ੍ਰੋਫਿਨਾਈਲ ਹਾਈਡਰਾਜ਼ੋਨ। ਔਰ ਯੈਲੋ ਕਲਰ ਦੇ ਔਰੇਂਜ ਕਲਰ ਦੇ ਪੀਪੀਟੀ ਬਣਨਗੇ ਲਾਈਕ ਦਿਸ। ਸੋ ਇਹ ਹੈ 2,4-DNP। ਐਰੋਮੈਟਿਕ ਐਲਡੀਹਾਈਡ ਵੀ ਇਹ ਟੈਸਟ ਦੇ ਦਿੰਦੇ ਆ, ਕੀਟੋਨ ਵੀ ਇਹ ਟੈਸਟ ਦਿੰਦੇ ਆ। ਸੋ 2,4 ਡਾਈਨਾਈਟ੍ਰੋਹਾਈਡਰਾਜ਼ੋਨ ਹੈਵ ਕਰੈਕਟਰਿਸਟਿਕ ਸ਼ਾਰਪ ਮੈਲਟਿੰਗ ਪੁਆਇੰਟ। ਸੋ ਇਹਨਾਂ ਦੇ ਮੈਲਟਿੰਗ ਪੁਆਇੰਟਸ ਤੋਂ ਹੀ ਸਾਨੂੰ ਪਤਾ ਚੱਲਦਾ ਕਿਹੜਾ ਐਰੋਮੈਟਿਕ ਐਲਡੀਹਾਈਡ ਆ ਔਰ ਕਿਹੜਾ ਕੀਟੋਨ ਹੈ। ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਟੈਸਟ ਫॉर ਐਲਡੀਹਾਈਡ ਔਰ ਕੀਟੋਨ। ਨੈਕਸਟ ਇਜ਼ ਐਲਡੋਲ ਕੰਡੈਂਸੇਸ਼ਨ। ਐਲਡੋਲ ਕੰਡੈਂਸੇਸ਼ਨ 'ਚ ਅਸੀਂ ਦੋ ਡਿਫਰੈਂਟ ਔਰ ਸੇਮ ਮੋਲੀਕੂਲ ਲੈ ਸਕਦੇ ਹਾਂ, ਇਹਨਾਂ 'ਚ ਵੀ ਵਾਟਰ ਬਾਹਰ ਨਿਕਲੇਗਾ ਵਿਦ ਦ ਲੋਸ ਆਫ ਏ ਸਮॉल ਮੋਲੀਕੂਲ ਸਚ ਐਜ਼ ਵਾਟਰ ਐਂਡ ਐਲਕੋਹਲ। ਐਲਡੋਲ ਕੰਡੈਂਸੇਸ਼ਨ ਲਈ ਅਲਫਾ ਹਾਈਡਰੋਜਨ ਹੋਣਾ ਜ਼ਰੂਰੀ ਹੈ। ਅਲਫਾ ਹਾਈਡਰੋਜਨ ਕਿਆ ਹੁੰਦਾ ਹੈ, ਫੰਕਸ਼ਨਲ ਗਰੁੱਪ ਦੇ ਨਾਲ ਵਾਲੀ ਕਾਰਬਨ ਦੇ ਕੋਲ ਜਿਹੜਾ ਹਾਈਡਰੋਜਨ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਅਲਫਾ ਹਾਈਡਰੋਜਨ। ਸੋ ਰਿਐਕਸ਼ਨ ਹੁੰਦਾ ਕਿਵੇਂ ਹੈ, ਦੇਖੋ ਦੋ ਮੋਲੀਕਿਊਲ ਲੈਣੇ ਆ ਅਸੀਂ, ਉਹ ਸੇਮ ਵੀ ਹੋ ਸਕਦੇ ਡਿਫਰੈਂਟ ਵੀ, ਜਿੱਦਾਂ ਇਹ ਵੀ ਇਥੇਨਲ ਹੈ, ਦਿਸ ਇਜ਼ ਆਲਸੋ ਇਥੇਨਲ। ਇਹਨੂੰ ਅਸੀਂ ਖੋਲ ਕੇ ਲਿਖਿਆ CH3 ਨੂੰ ਅਸੀਂ CH2H ਕਰਕੇ ਲਿਖ ਲਿਆ ਤਾਂ ਜੋ ਰਿਐਕਸ਼ਨ ਸਮਝ ਆ ਜਾਏ। ਸੋ ਕਾਰਬਨ ਔਰ ਆਕਸੀਜਨ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਕਿਆ, ਆਕਸੀਜਨ। ਸੋ ਆਕਸੀਜਨ ਦੇ ਨਾਲ ਇਹ ਵਾਲਾ H ਅਟੈਚ ਹੋਏਗਾ, ਠੀਕ, ਔਰ C ਇਹ ਵਾਲੇ C ਨਾਲ ਡਾਇਰੈਕਟ ਬੌਂਡ ਬਣਾ ਲੇਗਾ, CC ਬੌਂਡ। ਦੇਖੋ CC ਬੌਂਡ ਬਣ ਗਿਆ ਔਰ ਉਹਦੇ ਨਾਲ ਕਿਆ ਅਟੈਚ ਹੋ ਗਿਆ, H। ਬਾਕੀ ਇਹ ਸਭ ਐਜ਼ ਇਟ ਇਜ਼। ਸੋ ਇਹ ਬਣ ਗਿਆ ਐਲਡੋਲ। ਤੋਂ ਡਿਫਰੈਂਟ ਜਾਂ ਸੇਮ ਮੋਲੀਕੂਲ ਕੰਡੈਂਸ ਹੁੰਦੇ ਆ, ਠੀਕ ਹੈ, ਜੁੜ ਜਾਂਦੇ ਆ। ਇਹ ਰਿਐਕਸ਼ਨ ਇਨ ਦਾ ਪ੍ਰੈਜ਼ੈਂਸ ਆਫ ਬੇਸ ਹੀ ਹੋਏਗਾ, ਡੈਟ ਇਜ਼ ਡਾਇਲਿਊਟ NaOH। ਉਸ ਤੋਂ ਬਾਅਦ ਅਗਰ ਅਸੀਂ ਹੀਟ ਕਰਾਂਗੇ ਤਾਂ ਵਾਟਰ ਮੋਲੀਕੂਲ ਬਾਹਰ ਨਿਕਲ ਜਾਏਗਾ। ਇਹ CH2 ਨੂੰ ਤੁਸੀਂ ਖੋਲ ਕੇ ਲਿਖ ਸਕਦੇ ਹੋ CHH, H ਔਰ OH ਆਪਸ 'ਚ ਵਾਟਰ ਫਾਰਮ ਕਰਕੇ ਬਾਹਰ ਨਿਕਲ ਜਾਣਗੇ ਔਰ ਇੱਥੇ ਕਿਆ ਆ ਜਾਏਗਾ, ਡਬਲ ਬੌਂਡ CH ਡਬਲ ਬੌਂਡ CH CH। ਇਹ ਬਣ ਗਿਆ ਸਾਡਾ 1 2 3 4 ਬੁਟ 2 ਈਨਲ। ਇਹਨੂੰ ਬੋਲਾਂਗੇ ਅਸੀਂ ਐਲਡੋਲ ਕੰਡੈਂਸੇਸ਼ਨ ਪ੍ਰੋਡਕਟ। ਸੋ ਸੇਮ ਰਿਐਕਸ਼ਨ ਤੁਸੀਂ ਕੀਟੋਨ ਨਾਲ ਵੀ ਲੈ ਸਕਦੇ ਹੋ, ਪ੍ਰੋਪੇਨੋਨ ਦੇ ਦੋ ਮੋਲੀਕੂਲ ਲੈ ਕੇ ਉਹਨਾਂ 'ਚ ਵੀ ਅਗੇਨ ਉਹਦੇ ਨਾਲ H ਅਟੈਚ ਹੋ ਜਾਏਗਾ। ਸੋ ਉਸ ਤੋਂ ਬਾਅਦ ਹੀਟ ਕਰਾਂਗੇ ਤੇ ਵਾਟਰ ਮੋਲੀਕੂਲ ਬਾਹਰ ਨਿਕਲ ਜਾਏਗਾ ਔਰ ਇੱਕ ਐਲਡੋਲ ਕੰਡੈਂਸੇਸ਼ਨ ਪ੍ਰੋਡਕਟ ਫਾਰਮ ਹੋ ਜਾਏਗਾ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਰਿਐਕਸ਼ਨ। ਸੋ ਐਲਡੋਲ ਕੰਡੈਂਸੇਸ਼ਨ ਦੇ ਵਿੱਚ ਕਿਸੇ ਇੱਕ ਮੋਲੀਕੂਲ ਕੋਲ ਅਲਫਾ ਹਾਈਡਰੋਜਨ ਹੋਣਾ ਜ਼ਰੂਰੀ ਹੈ, ਇਹ ਦੀ ਕੰਡੀਸ਼ਨ ਹੈ। ਨੈਕਸਟ ਇਜ਼ ਕੈਨੀਜ਼ੈਰੋ ਰਿਐਕਸ਼ਨ। ਕੈਨੀਜ਼ੈਰੋ ਰਿਐਕਸ਼ਨ ਦੇ ਵਿੱਚ ਅਗਰ ਅਲਫਾ ਹਾਈਡਰੋਜਨ ਨਹੀਂ ਵੀ ਹੈ ਤੇ ਤਾਂ ਵੀ ਰਿਐਕਸ਼ਨ ਹੋ ਜਾਂਦਾ। ਸੋ ਆਓ ਇਸ ਰਿਐਕਸ਼ਨ ਨੂੰ ਦੇਖਦੇ ਹਾਂ।
देखो ये फॉर्मेल्डिहाइड है, फॉर्मेल्डिहाइड तो अल्फा हाइड्रोजन नहीं है। अल्फा हाइड्रोजन नहीं है किवें चेक करांगे, देखो दिस इज फंक्शन ग्रुप CHO फंक्शन ग्रुप, ये फंक्शन ग्रुप ਦੇ ਨਾਲ कोई भी कार्बन नहीं है, ना इधर है ना इधर है, सो ਇਹਦਾ मतलब ਇਹ 'ਚ अल्फा हाइड्रोजन नहीं है। एक फॉर्मेल्डिहाइड लिया, ये भी फॉर्मेल्डिहाइड है, ਇਹ 'ਚ ਅਸੀਂ कंसंट्रेटेड बेस लेना डेट इज QH। अगेन ये आपस ਵਿੱਚ OH इधर अटैच हो, H इधर अटैच हो गया, सो ਇਹਨਾਂ ਨੇ ਆਪਸ ਵਿੱਚ ਜੁੜ ਕੇ ਪ੍ਰੋਡਕਟ ਬਣਾ ਲਿਆ, ਇੱਕ ਦਾ ਸੋਲਟ ਫਾਰਮ ਹੋ ਜਾਏਗਾ, ਇੱਕ ਦਾ ਐਲਕੋਹਲ ਬਣ ਜਾਏਗਾ। ਸੋ ਅਗਰ ਅਸੀਂ ਦੋ ਫਾਰਮੈਲਡੀਹਾਈਡ ਲਵਾਂਗੇ, ਇੱਕ ਦਾ ਐਲਕੋਹਲ ਬਣੇਗਾ, ਇਹ ਬਣ ਗਿਆ ਮਿਥੇਨॉल, ਔਰ ਇੱਕ ਦਾ ਸੋਲਟ ਬਣ ਗਿਆ ਡੈਟ ਇਜ਼ ਪੋਟਾਸ਼ੀਅਮ ਫੋਰਮੇਟ। ਨੈਕਸਟ ਇਜ਼ ਰਿਐਕਸ਼ਨ ਵਿਦ ਗ੍ਰਿਗਨਾਰਡ ਰੀਜ਼ੈਂਟ। ਗ੍ਰਿਗਨਾਰਡ ਰੀਜ਼ੈਂਟ ਦੀ ਅਗਰ ਅਸੀਂ ਐਲਡੀਹਾਈਡ ਨਾਲ ਰਿਐਕਸ਼ਨ ਕਰਾਵਾਂਗੇ ਡੈਟ ਇਜ਼ ਵੈਰੀ ਸਿੰਪਲ, ਅਗੇਨ ਕਾਰਬਨ ਆਕਸੀਜਨ ਕੋਲੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਆਕਸੀਜਨ, ਇਹ ਪਾਰਸ਼ੀਅਲ ਨੈਗੇਟਿਵ, ਪਾਰਸ਼ੀਅਲ ਕਾਰਬਨ ਦੇ ਉੱਪਰ ਪਾਰਸ਼ੀਅਲ ਪੋਜ਼ਿਟਿਵ, ਸੋ CH3CH2 ਦੇ ਉੱਪਰ क्या है ਪਾਰਸ਼ੀਅਲ ਨੈਗੇਟਿਵ, ਨੈਗੇਟਿਵ ਇਟ ਮੀਨਸ ਇਹ ਕਿੰਨਾ ਜਾ ਕੇ ਅਟੈਚ ਹੋਏਗਾ ਕਾਰਬਨ ਦੇ ਨਾਲ, ਕਿਉਂਕਿ ਕਾਰਬਨ ਦੇ ਉੱਪਰ ਪਾਰਸ਼ੀਅਲ ਪੋਜ਼ਿਟਿਵ ਹੈ, ਉਹਦੇ ਨਾਲ ਕਿਹੜਾ ਪਾਰਟ ਜੁੜੇਗਾ MgBr। ਉਸ ਤੋਂ ਬਾਅਦ ਨੈਕਸਟ ਸਟੈਪ ਹੋਏਗਾ ਹਾਈਡਰੋਲਿਸਿਸ, ਹਾਈਡਰੋਲਿਸਿਸ ਕਰਾਂਗੇ ਤੇ ਉਹਦੇ ਨਾਲ ਜਸਟ H ਰਹਿ ਜਾਏਗਾ ਔਰ MgBr ਹਾਈਡਰੋਕਸੀ ਦੀ ਫਾਰਮ ਚ ਬਾਹਰ ਨਿਕਲ ਜਾਏਗਾ ਪਲੱਸ MgOH Br। ਸੋ ਇਸੇ ਤਰ੍ਹਾਂ ਅਸੀਂ ਇਹਨਾਂ ਦੀ ਗ੍ਰਿਗਨਾਰਡ ਰੀਜ਼ਨ ਨਾਲ ਰਿਐਕਸ਼ਨ ਕਰਵਾ ਸਕਦੇ ਹਾਂ ਐਲਡੀਹਾਈਡ ਦੀ। ਨੈਕਸਟ ਇਜ਼ ਆਈਡੋਫੋਮ ਟੈਸਟ। ਜਦੋਂ ਅਸੀਂ ਐਲਡੀਹਾਈਡ ਦਾ ਆਈਡੋਫੋਮ ਟੈਸਟ ਕਰਦੇ ਹਾਂ ਤੇ ਯੈਲੋ ਕਲਰ ਦੇ PPT ਬਣਦੇ ਆ। ਸੋ ਹੁੰਦਾ ਕੀ ਹੈ ਰਿਐਕਸ਼ਨ, ਆਈਡੋਫੋਮ ਰਿਐਕਸ਼ਨ ਕਿਆ ਹੈ ਕਿ ਫੰਕਸ਼ਨ ਗਰੁੱਪ ਦੇ ਨਾਲ ਵਾਲੇ ਜਿਹੜੇ ਹਾਈਡਰੋਜਨ ਹੈ ਜਿਨ੍ਹਾਂ ਨੂੰ ਅਸੀਂ ਅਲਫਾ ਹਾਈਡਰੋਜਨ ਬੋਲਦੇ ਹਾਂ, ਇਹ ਪਹਿਲਾਂ I ਦੇ ਨਾਲ ਰਿਪਲੇਸ ਹੋ ਜਾਣਗੇ, ਸੋ ਟਰਾਈ ਆਈਡੋ ਇਥੇਨਲ ਬਣ ਜਾਏਗਾ। ਉਸ ਤੋਂ ਬਾਅਦ ਜਦੋਂ ਅਸੀਂ ਟਰਾਈ ਆਈਡੋ ਇਥੇਨਲ ਚ ਬੇਸ ਪਾਉਂਦੇ ਹਾਂ ਤੇ ਇੱਕ ਆਈਡੋਫੋਮ ਬਣਦਾ, ਜਿਹੜੇ ਯੈਲੋ ਕਲਰ ਦੇ PPT ਦਿੰਦਾ, ਇਹਨੂੰ ਅਸੀਂ ਬੋਲਦੇ ਹਾਂ ਆਈਡੋਫੋਮ ਟੈਸਟ। ਸੋ ਆਈਡੋਫੋਮ ਟੈਸਟ ਹੈ, ਇਹ ਡਿਫਰੈਂਟ ਗਰੁੱਪਸ ਦੇ ਵਿੱਚ ਇਹ ਦੇ ਸਕਦਾ ਆਈਡੋਫੋਮ। ਇਥੇਨੋਲ ਨੂੰ ਅਗਰ ਇਥੇਨੋਲ ਤੋਂ ਅਸੀਂ ਡਿਸਟਿੰਗੁਇਸ਼ ਕਰਨਾ ਤੇ ਇਥੇਨਲ ਚ ਯੈਲੋ ਕਲਰ ਦੇ PPT ਬਣ ਜਾਣਗੇ, ਇਥੇਨੋਲ ਦੇ ਵਿੱਚ ਯੈਲੋ ਕਲਰ ਦੇ PPT ਨਹੀਂ ਬਣਨਗੇ। ਅਗਰ ਅਸੀਂ ਸੈਕੰਡਰੀ ਅਲਕੋਹਲ ਤੋਂ ਪਹਿਚਾਣ ਕਰਨੀ ਹੈ ਤਾਂ ਵੀ ਇਹ ਟੈਸਟ ਯੂਜ਼ਫੁਲ ਹੈ। ਮਿਥਾਇਲ ਕੀਟੋਨ ਵਾਸਤੇ ਸਪੈਸ਼ਲ ਇਹ ਟੈਸਟ ਯੂਜ਼ ਕੀਤਾ ਜਾਂਦਾ ਹੈ, ਅਗਰ C ਡਬਲ ਬੌਂਡ ਉਹਦੇ ਨਾਲ ਮਿਥਾਇਲ ਗਰੁੱਪ ਹੈ ਤਾਂ ਯੈਲੋ ਕਲਰ ਦੇ PPT ਦੇਗਾ। ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਰਿਐਕਸ਼ਨ, ਹੈਲੋਫੋਮ ਰਿਐਕਸ਼ਨ ਹੈ, ਇਹਨੂੰ ਅਸੀਂ ਆਈਡੋਫੋਮ ਟੈਸਟ ਵੀ ਬੋਲਦੇ ਹਾਂ। ਸੋ ਅਗੇਨ ਆਈਡੋਫੋਮ ਟੈਸਟ ਕਿਤੇ ਕਿਤੇ ਯੂਜ਼ ਹੁੰਦਾ ਹੈ, ਇਥੇਨੋਲ ਫਰੋਮ ਅਦਰ ਐਲਡੀਹਾਈਡ, ਅਗਰ ਅਸੀਂ ਇਥੇਨਲ ਨੂੰ ਅਦਰ ਐਲਡੀਹਾਈਡ ਤੋਂ ਡਿਸਟਿੰਗੁਇਸ਼ ਕਰਨਾ ਤੇ ਇਹ ਵਾਲਾ ਅਸੀਂ ਰਿਐਕਸ਼ਨ ਯੂਜ਼ ਕਰਦੇ ਹਾਂ, ਟੈਸਟ ਯੂਜ਼ ਕਰਦੇ ਹਾਂ। ਇਥੇਨੋਲ ਅਤੇ ਸੈਕੰਡਰੀ ਅਲਕੋਹਲ, ਇਥੇਨੋਲ ਐਂਡ ਸੈਕੰਡਰੀ ਅਲਕੋਹਲ ਨੂੰ ਆਪਸ 'ਚ ਡਿਸਟਿੰਗੁਇਸ਼ ਕਰਨਾ ਹੈ ਤੇ ਫਿਰ ਵੀ ਅਸੀਂ ਇਹ ਵਾਲਾ ਟੈਸਟ ਯੂਜ਼ ਕਰਦੇ ਹਾਂ। ਮਿਥਾਇਲ ਕੀਟੋਨ ਵੈਰੀ ਇੰਪੋਰਟੈਂਟ, ਅਗਰ CO ਗਰੁੱਪ ਦੇ ਨਾਲ ਮਿਥਾਇਲ ਗਰੁੱਪ ਹੈ ਤੇ ਉਹ ਯੈਲੋ ਕਲਰ ਦੇ PPT ਦੇਗਾ, ਮਤਲਬ ਪੋਜ਼ਿਟਿਵ ਆਈਡੋਫੋਮ ਟੈਸਟ ਦੇਗਾ। ਸੋ ਅਸੀਂ ਇਹ ਵਾਲੇ ਕੰਪਾਊਂਡਸ ਤੇ ਲਗਾ ਸਕਦੇ ਹਾਂ। ਸੋ ਇਟ ਇਜ਼ ਅ ਵੈਰੀ ਇੰਪੋਰਟੈਂਟ ਟੈਸਟ ਆਈਡੋਫੋਮ ਟੈਸਟ। ਪ੍ਰੋਪੇਨੋਨ ਵਾਸਤੇ ਸਪੈਸ਼ਲੀ ਯੂਜ਼ ਹੁੰਦਾ, ਪ੍ਰੋਪੇਨ 2 ਔਨ ਪ੍ਰੋਪੇਨ 3 ਔਨ ਚੋਂ ਅਗਰ ਅਸੀਂ ਡਿਸਟਿੰਗੁਇਸ਼ ਕਰਨਾ ਹੋਏ ਤੇ ਅਸੀਂ ਆਈਡੋਫੋਮ ਟੈਸਟ ਲਗਾਉਂਦੇ ਹਾਂ। ਇਹ ਇਹਦੀ ਰਿਐਕਸ਼ਨ ਹੈ ਹੈਲੋਫੋਮ ਰਿਐਕਸ਼ਨ। ਫਿਨਾਇਲ ਕੀਟੋਨਸ ਤੇ ਵੀ ਲੱਗ ਜਾਂਦਾ, ਦੇਖੋ CO ਦੇ ਨਾਲ CH3 ਲੱਗਾ ਨਾ, ਇਟ ਮੀਨਸ ਕਿ ਪੋਜ਼ਿਟਿਵ ਟੈਸਟ ਦੇਗਾ। ਸੋ CO ਦੇ ਨਾਲ ਜਿਹੜੇ ਹਾਈਡਰੋਜਨ ਹੈ, ਦੇਖੋ ਇਹ ਫੰਕਸ਼ਨ ਗਰੁੱਪ ਹੈ, ਇਹਦੇ ਨਾਲ ਵਾਲੀ ਕਾਰਬਨ ਦੇ ਹਾਈਡਰੋਜਨ ਨੂੰ ਅਲਫਾ ਹਾਈਡਰੋਜਨ ਬੋਲਾਂਗੇ, ਇਹ ਸਾਰੇ I ਦੇ ਨਾਲ ਰਿਪਲੇਸ ਹੋ ਜਾਣਗੇ। ਉਸ ਤੋਂ ਬਾਅਦ ਜਦੋਂ ਅਸੀਂ ਇਹ 'ਚ ਬੇਸ ਪਾਵਾਂਗੇ ਤੇ ਕਿਆ ਫਾਰਮ ਹੋ ਜਾਏਗਾ, ਇੱਥੋਂ ਇਹ ਬੌਂਡ ਟੁੱਟੇਗਾ, ਇਹ ਬਣ ਜਾਏਗਾ CHI3 ਔਰ ਇੱਥੇ COON ਲੱਗ ਜਾਏਗਾ। ਸੋ ਦਿਸ ਇਜ਼ ਆਈਡੋਫੋਮ, ਇਹ ਯੈਲੋ ਕਲਰ ਦੇ PPT ਦੇਗਾ, ਇਹਨੂੰ ਅਸੀਂ ਬੋਲਣਾ ਆਈਡੋਫੋਮ। ਸੋ ਓਵਰਆਲ ਰਿਐਕਸ਼ਨ ਇਹ ਹੈ। ਸੋ ਹੈਲੋਫੋਮ ਰਿਐਕਸ਼ਨ ਬੇਸਿਕਲੀ ਮਿਥਾਇਲ ਕੀਟੋਨ ਨੂੰ ਡਿਸਟਿੰਗੁਇਸ਼ ਕਰਨ ਲਈ ਯੂਜ਼ ਹੁੰਦੀ ਹੈ, ਇਹਨੂੰ ਅਸੀਂ ਆਈਡੋਫੋਮ ਟੈਸਟ ਵੀ ਬੋਲਦੇ ਹਾਂ। ਸੋ ਦਿਸ ਇਜ਼ all about aldehyde and ketone, their physical and chemical properties, their miscellaneous reaction. Thank you for watching this video. Please like and subscribe my channel for more videos. Thank you.